10 ਦਿਨ ਪਹਿਲਾਂ ਤੋਂ ਇੱਕ ਮੁੱਦੇ ਤੇ ਬੈਠੇ ਹੋਏ ਸੀਗੇ ਜਿਹੜੀ ਬੀਜੇਪੀ ਦੀ ਡਿਕਟੇਟਰਸ਼ਿਪ ਹੈਗੀ ਵਾਰਡਨ ਹੈਗੀ ਉਹ ਕੁੜੀਆਂ ਨੂੰ ਤੇ ਸਟਾਫ ਨੂੰ ਹਰਾਸ ਕਰਦੀ ਸੀਗੀ। ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਥਾਰਟੀ ਨੇ ਸਾਡੇ ਤੇ ਪਰਚੇ ਦਿੱਤੇ, ਘਸੀਟ ਕੇ ਬਾਲ ਪਾੜ ਕੇ ਸਾਨੂੰ ਲੈ ਕੇ ਗਏ ਨੇ। ਪਰਚਾ ਪੈਂਡਿੰਗ ਰੱਖਿਆ ਹੋਇਆ ਵੀ ਜਿਵੇਂ ਦਾ ਤੁਹਾਡਾ ਵਿਵਹਾਰ ਰਹੂਗਾ ਫਿਊਚਰ ਦੇ ਵਿੱਚ, ਇੱਕ ਤੁਸੀਂ ਪ੍ਰੋਟੈਸਟ ਚੱਕਦੇ ਹੋ ਤਾਂ ਠੀਕ ਹੈ, ਜੇ ਨਹੀਂ ਚੱਕੋਗੇ ਤੁਹਾਡੇ ਖਿਲਾਫ ਇੱਕ ਹੋਰ ਪਰਚਾ ਦੇਵਾਂਗੇ। ਤੇ ਇਹੋ ਜਿਹਾ ਮਾਹੌਲ ਕਰਕੇ ਸਟੂਡੈਂਟ ਨੂੰ ਡਰਾਇਆ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ, ਤੇ ਪੁਲਿਸ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ। ਇਸ ਇੰਸੀਡੈਂਟ ਵਿੱਚ ਹਾਈਲੀ ਪ੍ਰੋਫੈਸ਼ਨਲ ਲੋਕ ਇਨਵੋਲਵ ਨੇ ਬੀਜੇਪੀ ਦੇ। ਮੈਨੂੰ ਬਹੁਤ ਫੋਨ ਕਾਲਸ ਆਈਆਂ ਬੀਜੇਪੀ ਦੇ ਐਮਐਲਏ ਐਮਪੀਆਂ ਤੋਂ ਵੀ। ਵਿਦਿਆਰਥਣਾਂ ਨੇ ਉਹਨਾਂ ਨੂੰ ਜਦੋਂ ਤੰਗ ਕੀਤਾ ਜਾਂਦਾ, ਪਰੇਸ਼ਾਨ ਕੀਤਾ ਜਾਂਦਾ ਕਿ ਉਹ ਕਲੀ ਐਨਐਸਯੂਆਈ ਦੀਆਂ ਨੇ। ਦਿੱਕਤ ਬਹੁਤ ਸਾਰੀ ਕੁੜੀਆਂ ਨੂੰ ਹੈਗੀ। ਦਿੱਕਤ ਇਹ ਹੈ ਵੀ ਮੈਡਮ ਪਰਸਨਲ ਟਾਰਗੇਟ ਕਰਕੇ ਕੁੜੀਆਂ ਦੀ ਆਵਾਜ਼ ਨੂੰ ਦਬਾ ਦਿੰਦੀ ਹੈ। ਜਿਹੜਾ ਕੋਈ ਬੋਲਦਾ ਹੈ ਉਹਦੇ ਗਾਈਡ ਨੂੰ ਲੈਟਰ ਭੇਜ ਦਿੰਦੀ ਹੈ, ਘਰੇ ਲੈਟਰ ਭੇਜ ਦਿੰਦੀ ਹੈ, ਉਹਨੂੰ ਹਰਾਸਮੈਂਟ ਕਰਦੀ ਹੈ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਮੈਨੂੰ ਲੱਗਦਾ ਕਿ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਨੇ, ਉਹਨਾਂ ਦੇ ਮਾਪੇ ਇੱਥੇ ਐਡਮਿਸ਼ਨ ਇਸ ਲਈ ਕਰਦੇ ਨੇ ਕਿ ਵਿਦਿਆਰਥੀ ਇੱਥੋਂ ਪੜ੍ਹ ਕੇ ਕੁਝ ਬਣ ਕੇ ਨਿਕਲਣ, ਪਰ ਜਦੋਂ ਇਸ ਤਰੀਕੇ ਦੇ ਹੰਗਾਮੇ ਹੁੰਦੇ ਨੇ ਤਾਂ ਜਿਹੜੀ ਐਜੂਕੇਸ਼ਨ ਹੈ ਜਾਂ ਜਿਹੜੀ ਕਲਾਸਿਸ ਨੇ ਉਹਨਾਂ ਤੇ ਵੀ ਇਫੈਕਟ ਪੈਂਦਾ ਬਾਕੀ ਸਟੂਡੈਂਟਸ। ਭਗਤ ਸਿੰਘ ਨੇ ਵੀ ਕਿਹਾ ਸੀ ਕਿ ਵੀ ਜੁਰਮ ਕਰਨ ਤੋਂ ਜ਼ਿਆਦਾ ਜਿਹੜਾ ਜੁਰਮ ਸਹਿੰਦਾ ਉਹ ਗਲਤ ਹੁੰਦਾ ਹੈ। ਫੇਕ ਕੰਪਲੇਂਟ ਫਾਈਲ ਕਰ ਲਈ ਆਪਣੇ ਵੱਲੋਂ ਆਪ ਦੇ ਆਪ ਨੂੰ, ਜਿਹਦੇ ਵਿੱਚ ਨਾ ਕੋਈ ਕੁੜੀ ਸੀਗੀ ਨਾ ਕੋਈ ਸੀਗਾ। ਕਹਿੰਦੇ ਇਹਨੇ ਜਿਹੜੇ ਪ੍ਰੋਟੈਸਟ ਦੇ ਸਟੂਡੈਂਟ ਆਏ ਸੀ ਉਹਨਾਂ ਨੇ ਸਾਡੀਆਂ ਕੁੜੀਆਂ ਛੇੜੀਆਂ। ਤੁਸੀਂ ਕਹਿ ਰਹੇ ਹੋ ਕਿ ਏਬੀਪੀ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਣੀ ਸਾਖ ਨਜ਼ਰ ਨਹੀਂ ਆ ਰਹੀ, ਜਾਂ ਫਿਰ ਤੁਹਾਨੂੰ ਨਹੀਂ ਨਜ਼ਰ ਆ ਰਹੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਵਿਕਟਮ ਕਾਰਡ ਪਲੇ ਕਰ ਰਹੇ ਹੋ? ਬੇਸਿਕਲੀ ਜਦੋਂ ਏਬੀਪੀ ਦੇ ਲੀਡਰ ਸੀਗੇ ਉਹਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਨੇ, ਸਾਨੂੰ ਇੱਥੇ ਘਸੀਟ ਕੇ ਕੱਪੜੇ ਪਾੜ ਕੇ ਮੇਰੇ ਲੈ ਕੇ ਗਏ ਨੇ ਧੱਕੇ ਨਾਲ। ਇਹ ਵੀ ਕਿਹਾ ਇਹਨਾਂ ਨੇ ਅਸੀਂ ਕੰਪਲੇਂਟ ਪਰਚਾ ਵਾਪਸ ਲੈ ਲਾਂਗੇ ਜੇ ਤੁਸੀਂ ਆਪਦੀ ਆਵਾਜ਼ ਨੂੰ ਰੋਕ ਲੈਂਦੇ। ਅਸੀਂ ਕਿਹਾ ਆਵਾਜ਼ ਤਾਂ ਨਹੀਂ ਰੁਕਦੀ ਜੀ, ਅਸੀਂ ਤਾਂ ਅੜੇ ਹੋਏ ਨੇ, ਮੁੱਦੇ ਦੇ ਨਾਲ ਖੜੇ ਆ। ਵੋਟਾਂ ਤਾਂ ਹਰ ਸਾਲ ਆ ਜਾਣਗੀਆਂ, 12 ਸਾਲ ਕੁੰਭ ਦਾ ਮੇਲਾ ਨਹੀਂ ਹੈਗਾ, 12 ਸਾਲ ਬਾਅਦ ਇਲੈਕਸ਼ਨ। ਬਾਲਾ ਤੋਂ ਖਿੱਚ ਕੇ ਲੈ ਕੇ ਜਾਇਆ ਗਿਆ, ਜਾਂ ਤੁਹਾਡੇ ਨਾਲ ਹੋਰ ਜਿਹੜੀ ਗਲਤ ਗੱਲਾਂ ਹੋਈਆਂ ਨੇ ਜਿਹੜੀਆਂ ਹਿਊਮਨ ਰਾਈਟਸ ਦੇ ਖਿਲਾਫ ਨੇ, ਤੁਸੀਂ ਕੋਈ ਕਾਰਵਾਈ ਕੀਤੀ ਹੈ? ਤਾਂ ਏਬੀਪੀ ਵਾਲਿਆਂ ਨੂੰ ਛੱਡ ਦਿੰਦੇ ਆ ਪੀਜ਼ੇ ਖਵਾ ਕੇ ਸਾਡੇ ਸਾਹਮਣੇ, ਸਾਨੂੰ ਹਵਾਲਾਤ ਵਿੱਚ ਸੁੱਟਤਾ, ਸਵੇਰੇ ਸਾਡੀ ਜ਼ਮਾਨਤ ਲੈ ਕੇ ਫੇਰ ਸਾਨੂੰ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਇਸ ਵਕਤ ਪੰਜਾਬ ਯੂਨੀਵਰਸਿਟੀ ਸਟੂਡੈਂਟ ਸੈਂਟਰ ਦੇ ਵਿੱਚ ਮੌਜੂਦ ਹਾਂ, ਜਿੱਥੇ ਪਿਛਲੇ ਬੁੱਧਵਾਰ ਨੂੰ ਹੰਗਾਮਾ ਹੁੰਦਾ। ਦੋ ਜਿਹੜੇ ਸਟੂਡੈਂਟਸ ਜਿਹੜੇ ਗਰੁੱਪ ਨੇ ਉਹ ਆਪਸ ਦੇ ਵਿੱਚ ਭਿੜ ਜਾਂਦੇ ਨੇ, ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਇਹਨਾਂ ਸਟੂਡੈਂਟ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਇਸ ਵਕਤ ਮੇਰੇ ਨਾਲ ਚੰਡੀਗੜ੍ਹ ਦੇ ਜਿਹੜੇ 13 ਸੈਕਟਰ ਦੇ ਐਮਸੀ ਸਚਿਨ ਮੌਜੂਦ ਨੇ, ਜੋ ਉਸ ਵਕਤ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਰਾ ਮਾਮਲਾ ਕੀ ਸੀਗਾ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਚਿਨ, ਕਿਉਂ ਗ੍ਰਿਫਤਾਰੀ ਕਿਉਂ ਹੋਈ, ਇਹ ਨੌਬਤ ਕਿਉਂ ਆ ਗਈ ਕਿ ਯੂਨੀਵਰਸਿਟੀ ਦੇ ਅੰਦਰ ਜਿੱਥੇ ਨੌਜਵਾਨ ਪੜ੍ਹਨ ਦੇ ਲਈ ਆਉਂਦੇ ਨੇ ਉੱਥੇ ਇਸ ਤਰੀਕੇ ਦਾ ਜਿਹੜਾ ਹੰਗਾਮਾ ਹੁੰਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਵਿੱਚ ਆ ਕੇ ਗ੍ਰਿਫਤਾਰੀ ਕਰਨੀ ਪੈਂਦੀ? ਅਸੀਂ ਜੀ 10 ਦਿਨ ਪਹਿਲਾਂ ਤੋਂ ਇੱਕ ਮੁੱਦੇ ਤੇ ਬੈਠੇ ਹੋਏ ਸੀਗੇ ਜਿਹੜੀ ਬੀਜੇਪੀ ਦੀ ਡਿਕਟੇਟਰਸ਼ਿਪ ਹੈਗੀ ਵਾਰਡਨ ਹੈਗੀ ਉਹ ਕੁੜੀਆਂ ਨੂੰ ਤੇ ਸਟਾਫ ਨੂੰ ਹਰਾਸ ਕਰਦੀ ਸੀਗੀ। ਅਸੀਂ ਉਹਦੇ ਖਿਲਾਫ ਕੰਪਲੇਂਟ ਵੀ ਦਿੱਤੀ ਵੀ ਇਹ ਸਟਾਫ ਨੂੰ ਹਰਾਸ ਕਰਦੀ ਹੈ ਤੇ ਕੁੜੀਆਂ ਨੂੰ ਹਰਾਸ ਕਰ ਰਹੀ ਹੈ। ਕੁੜੀਆਂ ਦੇ ਹੋਸਟਲ ਬਾਹਰ ਵੀ ਧਰਨਾ ਲਾਇਆ ਤੇ ਅਸੀਂ ਵੀਸੀ ਦੇ ਘਰ ਦੇ ਬਾਹਰ ਵੀ ਧਰਨਾ ਲਾਇਆ ਤੇ ਕੋਈ ਸੁਣਵਾਈ ਨਹੀਂ ਹੋਈ। ਤੇ ਉਸ ਤੋਂ ਬਾਅਦ ਅਸੀਂ ਧਰਨਾ ਡੀਐਸਡਬਲਿਊ ਆਫਿਸ ਲਾਇਆ ਤੇ ਉੱਥੇ ਬੀਜੇਪੀ ਦੀ ਸਟੂਡੈਂਟ ਵਿੰਗ ਏਬੀਪੀ ਨੇ ਆ ਕੇ ਹੱਲਾ ਗੁੱਲਾ ਕੀਤਾ। ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਥਾਰਟੀ ਨੇ ਸਾਡੇ ਤੇ ਪਰਚੇ ਦਿੱਤੇ, ਘਸੀਟ ਕੇ ਬਾਲ ਪਾੜ ਕੇ ਸਾਨੂੰ ਲੈ ਕੇ ਗਏ ਨੇ। ਤੇ ਉਸ ਦੇ ਵਿੱਚ ਇੱਕ ਸਾਫ਼ ਪਤਾ ਲੱਗ ਰਿਹਾ ਸੀ ਵੀ ਕਿਤੇ ਨਾ ਕਿਤੇ ਬੀਜੇਪੀ ਦੀ ਪੁਲਿਸ ਦੇ ਨਾਲ ਸਾਂਠਗਾਂਠ ਸੀਗੀ। ਸਟੂਡੈਂਟ ਤੇ ਇਹੋ ਜਿਹਾ ਰਵੱਈਆ ਕਰਨਾ, ਪਰਚਾ ਦੇਣਾ 34 ਤੇ 323 334 41, ਇੱਕ ਪਰਚਾ ਹੋਰ ਦੇਤਾ, ਇੱਕ ਪਰਚਾ ਪੈਂਡਿੰਗ ਰੱਖਿਆ ਹੋਇਆ ਵੀ ਜਿਵੇਂ ਦਾ ਤੁਹਾਡਾ ਵਿਵਹਾਰ ਰਹੂਗਾ ਫਿਊਚਰ ਦੇ ਵਿੱਚ, ਇੱਕ ਤੁਸੀਂ ਪ੍ਰੋਟੈਸਟ ਚੱਕਦੇ ਹੋ ਤਾਂ ਠੀਕ ਹੈ, ਜੇ ਨਹੀਂ ਚੱਕੋਗੇ ਤੁਹਾਡੇ ਖਿਲਾਫ ਇੱਕ ਹੋਰ ਪਰਚਾ ਦੇਵਾਂਗੇ। ਤੇ ਇਹੋ ਜਿਹਾ ਮਾਹੌਲ ਕਰਕੇ ਸਟੂਡੈਂਟ ਨੂੰ ਡਰਾਇਆ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ, ਤੇ ਪੁਲਿਸ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਇਤਫਾਕ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਇੱਕ ਪਲੈਨਡ ਹੈ ਦੋਵੇਂ ਪਾਰਟੀਆਂ ਵੱਲੋਂ, ਜਾਂ ਕਹਿ ਸਕਦੇ ਹਾਂ ਕਿ ਸਟੂਡੈਂਟ ਜਿਹੜੇ ਰਾਜਨੇਤਾ ਨੇ ਉਹਨਾਂ ਵੱਲੋਂ ਪਲੈਨਡ ਹੈ ਕਿ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਸਿਰ ਤੇ ਇੱਕ ਦਿਨ ਪਹਿਲਾਂ ਐਸਐਸਪੀ ਮੀਟਿੰਗ ਕਰਕੇ ਜਾਂਦੇ ਨੇ, ਸਾਰਾ ਕੁਝ ਗੱਲਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਹੀ ਜਿਹੜਾ ਇਸ ਤਰੀਕੇ ਦੀ ਕਾਰਵਾਈ ਹੁੰਦੀ ਹੈ। ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਧੱਕਾ ਹੋਇਆ, ਕਿ ਇਹ ਕੋਈ ਇਸ ਦੀ ਐਡਵਾਂਟੇਜ ਇਲੈਕਸ਼ਨਸ ਦੇ ਵਿੱਚ ਲੈਣ ਦੇ ਲਈ ਆਪਣੇ ਆਪ ਨੂੰ ਵਿਚਾਰਾ ਤਾਂ ਨਹੀਂ ਸ਼ੋਅ ਕੀਤਾ ਜਾ ਰਿਹਾ? ਨਹੀਂ, ਬੇਸਿਕਲੀ ਜੀ ਸਾਡਾ ਜਿਹੜਾ ਮੁੱਦਾ ਸੀਗਾ ਉਹ ਅਸੀਂ 10 ਦਿਨਾਂ ਤੋਂ ਪ੍ਰੋਟੈਸਟ ਤੇ ਬੈਠੇ ਸੀਗੇ। ਇਹ ਕੋਈ ਲੜਾਈ ਇਹ ਨਹੀਂ ਹੈ ਵੀ ਅਸੀਂ ਹੁਣ ਤੋਂ ਪਰਸੋਂ ਤੋਂ ਹੀ ਐਸਐਸਪੀ ਦੀ ਮੀਟਿੰਗ ਤੋਂ ਬਾਅਦ ਹੀ ਕੋਈ ਪ੍ਰੋਟੈਸਟ ਹੋਈ ਹੈ। 10 ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਸੀਗੇ। ਇਤਫਾਕ ਮੰਨੀ ਹੈ? ਹਾਂ, ਇਤਫਾਕ ਹੈ ਬਿਲਕੁਲ। ਇਹ ਪ੍ਰੋਟੈਸਟ 10 ਦਿਨਾਂ ਤੋਂ ਚੱਲ ਰਹੀ ਸੀਗੀ। ਕੁੜੀਆਂ ਦੇ ਰਿਲੇਟਡ ਮੁੱਦਾ ਹੈ, ਸਟਾਫ ਦੇ ਰਿਲੇਟਡ ਮੁੱਦਾ ਹੈ। ਕੁੜੀਆਂ ਤੇ ਸਟਾਫ ਮੇਰੇ ਕੋਲ ਆਇਆ ਸੀ ਕਿ ਮੈਂ ਵਾਰਡ ਦਾ ਐਮਸੀ ਆ, ਵੀ ਸਾਡੀ ਇਹ ਪ੍ਰੋਬਲਮ ਹੈ ਉਹਨੂੰ ਸੋਲਵ ਕਰੋ, ਤੇ ਉਹਦੇ ਰਿਗਾਰਡਿੰਗ ਅਸੀਂ ਪ੍ਰੋਟੈਸਟ ਕਰੀ ਸੀਗੀ। ਵਾਰਡ ਦੇ ਐਮਸੀ ਦਾ ਯੂਨੀਵਰਸਿਟੀ ਦੇ ਵਿੱਚ ਕੀ ਕੰਮ? ਮੈਂ ਸਟੂਡੈਂਟ ਵੀ ਹਾਂ ਇੱਥੇ LLB ਸੈਕੰਡ ਈਅਰ ਦਾ। ਮੈਂ ਇਹ ਗੱਲ ਕਨਫਲਿਕਟ ਦੂਰ ਕਰਨਾ ਚਾਹੁੰਦਾ ਵੀ ਮੈਂ ਸਟੂਡੈਂਟ ਪੋਲਿਟਿਕਸ ਦਾ ਸਟੂਡੈਂਟ ਲੀਡਰ ਵੀ ਰਿਹਾ, ਹੁਣ ਵੀ ਸਟੂਡੈਂਟ ਲੀਡਰੀ ਕਰਦਾ, ਕਿਉਂਕਿ ਮੈਂ ਕਿੱਥੇ ਦੇ ਵਿੱਚ ਮੈਨੂੰ ਲੱਗਦਾ ਐਨਐਸਏ, ਹਾਂ ਮੈਂ 17 ਦੇ ਵਿੱਚ ਐਨਐਸਸੀ ਪ੍ਰਧਾਨ ਸੀਗਾ। ਮੈਂ ਇੱਥੇ ਹੁਣ ਸਟੂਡੈਂਟ ਵੀ ਹਾਂ LLB ਸੈਕੰਡ ਈਅਰ। ਮੇਰਾ ਫਰਜ਼ ਬਣਦਾ ਹੈ ਕਿ ਮੈਂ ਕੋਈ ਵੀ ਸਟਾਫ ਮੈਂਬਰ ਸਟੂਡੈਂਟ ਮੇਰੇ ਕੋਲ ਆਵੇ ਮੈਂ ਉਹਦੀ ਮਦਦ ਕਰਾਂ। ਮੈਂ ਆਪਦੇ ਹਿਸਾਬ ਨਾਲ 10 ਦਿਨ ਪਹਿਲਾਂ ਤੋਂ ਉਹਦੀ ਸਟੂਡੈਂਟ ਦੀ ਮਦਦ ਕਰ ਰਹੇ ਸਟਾਫ ਦੇ ਨਾਲ ਖੜਿਆ ਸੀਗਾ। ਜਦੋਂ ਇਹ ਇੰਸੀਡੈਂਟ ਹੋਇਆ, ਕਿਉਂਕਿ ਇਸ ਇੰਸੀਡੈਂਟ ਵਿੱਚ ਹਾਈਲੀ ਪ੍ਰੋਫੈਸ਼ਨਲ ਲੋਕ ਇਨਵੋਲਵ ਨੇ ਬੀਜੇਪੀ ਦੇ, ਮੈਨੂੰ
ਸਾਨੂੰ ਬਹੁਤ ਫੋਨ ਕਾਲਸ ਆਈਆਂ ਬੀਜੇਪੀ ਦੇ ਐਮਐਲਏ ਐਮਪੀਆਂ ਤੋਂ ਵੀ ਇਹ ਪਿੱਛੇ ਹਟ ਜੋ ਮੁੱਦੇ ਤੋਂ, ਕਿਉਂਕਿ ਜਿਹੜੀ ਵੂਮਨ ਵਾਰਡਨ ਹੈਗੀ ਉਹ ਸਟਾਫ ਨੂੰ ਟੌਰਚਰ ਕਰਦੀ ਹੈ, ਹਰਾਸ ਕਰਦੀ ਹੈ। ਇਹ ਗੱਲ ਦੱਸੋ ਕਿ ਜਦੋਂ ਵੂਮਨ ਵਾਰਡਨ ਵੱਲੋਂ ਉੱਥੇ ਜਿਹੜੇ ਵਿਦਿਆਰਥੀ ਨੇਗੇ ਜਾਂ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਨੂੰ ਜਦੋਂ ਤੰਗ ਕੀਤਾ ਜਾਂਦਾ, ਪਰੇਸ਼ਾਨ ਕੀਤਾ ਜਾਂਦਾ, ਕਿ ਉਹ ਇਕੱਲੀ ਐਨਐਸਯੂਆਈ ਦੀਆਂ ਨੇ, ਏਬੀਪੀ ਦੇ ਨਾਲ ਸੰਬੰਧ ਰੱਖਣ ਵਾਲੀਆਂ ਜਾਂ ਕੋਈ ਆਮ ਜਿਹੜੀਆਂ ਵਿਦਿਆਰਥਣਾਂ ਨੇ ਉਹ ਨਹੀਂ ਹੈਗੀਆਂ, ਉਹਨਾਂ ਨੂੰ ਕੋਈ ਵਾਰਡਨ ਤੋਂ ਪਰੇਸ਼ਾਨੀ ਨਹੀਂ, ਫਿਰ ਜਦੋਂ ਧਰਨਾ ਹੁੰਦਾ ਤਾਂ ਐਨਐਸਯੂਆਈ ਦਾ ਹੀ ਕਿਉਂ ਹੁੰਦਾ? ਬੇਸਿਕਲੀ ਇਹ ਧਰਨਾ ਇਹ ਗਲਤ ਮਿਸਗਾਈਡ ਕਰਿਆ ਜਾ ਰਿਹਾ। ਐਨਐਸਯੂਆਈ ਦਾ ਧਰਨਾ ਨਹੀਂ ਸੀਗਾ। ਕੁੜੀਆਂ ਨੇ ਸਭ ਤੋਂ ਪਹਿਲਾਂ ਸਟਾਫ ਨੇ ਅਪਰੋਚ ਕਰਿਆ ਵੀ ਸਾਡੇ ਨਾਲ ਖੜੋ, ਸਾਡੇ ਨਾਲ ਹਰਾਸਮੈਂਟ ਹੋ ਰਹੀ ਹੈ, ਕੰਟੀਨ ਤੇ ਮੈਸ ਵਰਕਰਾਂ ਨੂੰ ਕੰਟੀਨ ਮੈਸ ਤੋਂ ਬਾਹਰ ਕਰਤਾ ਸੀਗਾ। ਦੂਜੇ ਪਾਸੇ ਕੁੜੀਆਂ ਜਿਹੜੀ ਨਾਰਮਲ ਸਟੂਡੈਂਟਸ ਨੇ ਉਹ ਨਾਲ ਖੜੀਆਂ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਟੌਰਚਰ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਤੁਸੀਂ ਸਾਡੇ ਨਾਲ ਖੜੋ। ਨਾਰਮਲ ਸਟੂਡੈਂਟ ਪੀਐਚਡੀ ਸਕਾਲਰ 30 ਤੋਂ 35 ਪੀਐਚਡੀ ਸਕਾਲਰ ਨੇ ਯੂਨੀਵਰਸਿਟੀ ਦੇ ਜਿਹੜੇ ਹੋਸਟਲ ਦੇ ਨੇ, ਉਹਨਾਂ ਨੇ ਸਾਈਨ ਕਰਕੇ ਐਪਲੀਕੇਸ਼ਨ ਡੀਐਸਡਬਲਿਊ ਦਫ਼ਤਰ ਦਿੱਤੀ ਸੀਗੀ। ਕਿੰਨੀਆਂ ਕੁੜੀਆਂ ਨੇ? 30 ਤੋਂ 35 ਕੁੜੀਆਂ ਨੇ। ਉਹ ਹੋਸਟਲ ਦੇ ਵਿੱਚ ਕਿੰਨੀਆਂ ਨੇ? ਹੋਸਟਲ ਦੇ ਵਿੱਚ ਹੈਗੀ 125 ਤੇ 150 ਹੋਣੀਆਂ ਹੁਣ। ਹਾਂਜੀ, ਇੱਕ ਤਿਹਾਈ ਕਹਿ ਸਕਦੇ ਹਾਂ ਕਿ ਇੱਕ ਤਿਹਾਈ ਕੁੜੀਆਂ ਨੂੰ ਵਾਰਡਨ ਤੋਂ ਦਿੱਕਤ ਹੈ। ਦਿੱਕਤ ਬਹੁਤ ਸਾਰੀ ਕੁੜੀਆਂ ਨੂੰ ਹੈਗੀ। ਦਿੱਕਤ ਇਹ ਹੈ ਵੀ ਮੈਡਮ ਪਰਸਨਲ ਟਾਰਗੇਟ ਕਰਕੇ ਕੁੜੀਆਂ ਦੀ ਆਵਾਜ਼ ਨੂੰ ਦਬਾ ਦਿੰਦੀ ਹੈ। ਜਿਹੜਾ ਕੋਈ ਬੋਲਦਾ ਹੈ ਉਹਦੇ ਗਾਈਡ ਨੂੰ ਲੈਟਰ ਭੇਜ ਦਿੰਦੀ ਹੈ, ਘਰੇ ਲੈਟਰ ਭੇਜ ਦਿੰਦੀ ਹੈ, ਉਹਨੂੰ ਹਰਾਸਮੈਂਟ ਕਰਦੀ ਹੈ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਤੇ ਆਪਣੇ ਇੰਡੀਅਨ ਕਲਚਰ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਕੁੜੀ ਦੀ ਗਲਤੀ ਨਾ ਵੀ ਹੋਵੇ, ਜੇ ਘਰੇ ਇੱਕ ਵਾਰ ਮੈਸੇਜ ਜਾਂ ਲੈਟਰ ਜਾ ਵੜਦਾ ਕੁੜੀ ਬਹੁਤ ਡਰ ਜਾਂਦੀ ਹੈ। ਕੁੜੀਆਂ ਨੇ ਸਾਨੂੰ ਪਰਸਨਲ ਸਮਰਥਨ ਬਹੁਤ ਦਿੱਤਾ, ਆਈ ਕੁੜੀਆਂ 100 ਕੁੜੀਆਂ, ਬਟ ਉਹ ਕਹਿੰਦੀ ਅਸੀਂ ਮੂਰੇ ਨਹੀਂ ਆ ਸਕਦੀਆਂ ਕਿਉਂਕਿ ਸਾਡੇ ਤੇ ਪਰਸਨਲ ਅਟੈਕ ਹੋ ਰਹੇ ਆ। ਅਸੀਂ ਫਸਟ ਈਅਰ ਬੀਐਸਸੀ ਐਮਐਸਸੀ ਦੀ ਕੁੜੀਆਂ ਨੇ। ਤਾਂ ਕਾਰਨ ਕੀ ਹੈ, ਕਿਉਂ ਇਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ? ਤੇ ਉਸ ਤੋਂ ਬਾਅਦ ਏਬੀਪੀ ਵੀ ਵਿਦਿਆਰਥੀ ਨੇ, ਏਬੀਪੀ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਯੂਨੀਵਰਸਿਟੀ ਦਾ ਹਿੱਸਾ ਨੇ, ਉਹ ਕਿਉਂ ਨਹੀਂ ਉਹਨਾਂ ਦਾ ਸਾਥ ਦੇ ਰਹੇ? ਬੇਸਿਕਲੀ ਦੇਖੋ ਜੀ, ਕਾਰਨ ਇਹ ਹੈ ਵੀ ਮੈਡਮ ਬੜੀ ਐਰੋਗੈਂਟ ਹੈ। ਮੈਂ ਦੋ ਚਾਰ ਗੱਲਾਂ ਦੱਸਣੀਆਂ ਚਾਹੁੰਦਾ ਵੀ ਸਟਾਫ ਨੂੰ ਘਰੇ ਕੰਮ ਕਰਾਉਣਾ, ਪਰਸਨਲ ਕੰਮ 2 ਸੈਕਟਰ ਘਰੇ ਕੰਮ ਕਰਾਉਣਾ, ਸਟਾਫ ਨੂੰ ਧਮਕੀਆਂ ਦੇਣਾ। ਇੱਕ 14 ਸਾਲ ਤੋਂ ਜਿਹੜੀ ਲੇਡੀ ਕੰਮ ਕਰਦੀ, ਇਸ ਗੱਲ ਦਾ ਕੋਈ ਪ੍ਰੂਫ ਹੈਗਾ? ਬਿਲਕੁਲ ਜੀ ਪ੍ਰੂਫ ਹੈ, ਔਰ ਰਿਟਨ ਪ੍ਰੂਫ ਹੈ, ਸਾਰਾ ਕੁਝ ਹੈਗਾ। ਪ੍ਰੂਫ ਸਬਮਿਟ ਵੀ ਕਰ ਚੁੱਕੇ ਨੇ, ਲੈਟਰਾਂ ਹੈਗੀਆਂ ਮੇਰੇ ਕੋਲ ਫੋਨ ਦੇ ਵਿੱਚ, ਮੈਂ ਤੁਹਾਨੂੰ ਸੈਂਡ ਵੀ ਕਰ। ਜਿਹੜਾ ਸਟਾਫ ਵੱਲੋਂ ਸਟੂਡੈਂਟ ਵੱਲੋਂ ਲੈਟਰ ਲਿਖ ਕੇ ਡੀਐਸਡਬਲਿਊ ਦਫ਼ਤਰ ਦਿੱਤੀ ਸੀਗੀ, ਬਟ ਮੈਡਮ ਦੀ ਚਲਦੀ ਬਹੁਤ ਹੈ। ਮੈਡਮ ਕਹਿੰਦੇ ਮੇਰੀ ਹਾਈ ਲਿੰਕਸ ਨੇ ਦਿੱਲੀ ਦੇ ਵਿੱਚ, ਮੈਂ ਨਹੀਂ ਹਟ ਸਕਦੀ। ਉਹ ਤਾਂ ਕਹਿੰਦੀ ਹੈ ਵੀ ਨਾ ਤਾਂ ਮੈਂ ਝੁਕੂੰਗੀ, ਮੇਰੇ ਖਿਲਾਫ ਜੋ ਬੋਲੂਗਾ ਮੈਂ ਉਹਨੂੰ ਹੋਸਟਲ ਤੋਂ ਬਾਹਰ ਜਾਣਾ ਪਊਗਾ। 50 ਕੁੜੀਆਂ ਨੂੰ ਆਪਣਾ ਯੂਨੀਵਰਸਿਟੀ ਅਥਾਰਟੀ ਨੇ ਕਿਹਾ ਤੁਹਾਨੂੰ ਇੰਟਰਨੈਸ਼ਨਲ ਹੋਸਟਲ ਦੇ ਦੇਣੇ, ਕੱਲਾ ਕਮਰਾ ਦੇ ਦੇਣੇ, ਇਸ ਮੁੱਦੇ ਨੂੰ ਛੱਡ ਦਿਓ। ਤਾਂ ਕਿਤੇ ਨਾ ਕਿਤੇ ਸਾਨੂੰ ਦਰਸਾ ਰਹੇ ਹੈ ਵੀ ਜਿਹੜਾ ਪ੍ਰੋਟੈਸਟ ਕਰੂਗਾ ਉਹਦੇ ਤੇ ਪਰਚਾ ਕਰਾਂਗੇ। ਯੂਨੀਵਰਸਿਟੀ ਦੇ ਵਿੱਚ ਇਹ ਕਲਚਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪ੍ਰੋਟੈਸਟ ਕਰੋਗੇ ਤਾਂ ਪਰਚਾ ਦੇਵਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਨੇ, ਉਹਨਾਂ ਦੇ ਮਾਪੇ ਇੱਥੇ ਐਡਮਿਸ਼ਨ ਇਸ ਲਈ ਕਰਦੇ ਨੇ ਕਿ ਵਿਦਿਆਰਥੀ ਇੱਥੋਂ ਪੜ੍ਹ ਕੇ ਕੁਝ ਬਣ ਕੇ ਨਿਕਲਣ, ਪਰ ਜਦੋਂ ਇਸ ਤਰੀਕੇ ਦੇ ਹੰਗਾਮੇ ਹੁੰਦੇ ਨੇ ਤਾਂ ਜਿਹੜੀ ਐਜੂਕੇਸ਼ਨ ਹੈ ਜਾਂ ਜਿਹੜੀ ਕਲਾਸਿਸ ਨੇ ਉਹਨਾਂ ਤੇ ਵੀ ਇਫੈਕਟ ਪੈਂਦਾ ਬਾਕੀ ਸਟੂਡੈਂਟਸ ਦੀ? ਦੇਖੋ, ਪੜ੍ਹਨ ਆ ਰਹੇ ਨੇ, ਪੜ੍ਹਾਈ ਦੇ ਨਾਲ ਸਾਡਾ ਦੂਜਾ ਫਰਜ਼ ਵੀ ਹੈ। ਭਗਤ ਸਿੰਘ ਨੇ ਵੀ ਕਿਹਾ ਸੀ ਕਿ ਵੀ ਜੁਰਮ ਕਰਨ ਤੋਂ ਜ਼ਿਆਦਾ ਜਿਹੜਾ ਜੁਰਮ ਸਹਿੰਦਾ ਉਹ ਗਲਤ ਹੁੰਦਾ ਹੈ। ਅਸੀਂ ਜੁਰਮ ਕਿਵੇਂ ਸਹਿ ਲਈਏ? ਕਿਸੇ ਨਾਲ ਧੱਕਾ ਹੋ ਰਿਹਾ, ਕਿਸੇ ਗੂੰਗੇ ਬਹਿਰੇ ਨੂੰ ਟੌਰਚਰ ਕਰਕੇ ਉੱਥੇ ਟ੍ਰਾਂਸਫਰ ਕਰੀ ਜਾ ਰਹੀ ਹੈ, 13 ਇਲੀਗਲ ਟ੍ਰਾਂਸਫਰ ਅਸੀਂ ਕਿਵੇਂ ਸਹਿ ਲਈਏ? ਕੋਈ ਬੰਦਾ, ਅਸੀਂ ਅੱਜ ਵੂਮਨ ਕਾਰਡ ਪਲੇ ਕਰਿਆ ਜਾ ਰਿਹਾ, ਅੱਜ ਇੱਕ ਮੁੰਡੇ ਤੇ ਫੇਕ ਪਰਚਾ ਹੋ ਜਾਵੇ ਸੈਕਸ਼ੂਅਲ ਹੈਰੈਸਮੈਂਟ ਦਾ। ਹੋਇਆ ਸੀਗਾ ਇਹ ਸਰ ਇਹਨਾਂ ਨੇ ਕੀ ਕਰਿਆ? ਇੱਕ ਹੋਰ ਗੱਲ ਦਾ ਟਵਿਸਟ ਦੱਸਦਾ ਤੁਹਾਨੂੰ, ਪ੍ਰੋਬਲਮ ਕਿੱਥੇ ਕ੍ਰੀਏਟ ਹੁੰਦੀ ਹੈ। ਜਦੋਂ ਕੁੜੀਆਂ ਤੇ ਸਟਾਫ ਨੇ ਅਪਰੋਚ ਕਰਿਆ ਤਾਂ ਐਨਐਸਯੂਆਈ ਪਾਰਟੀ ਨੇ, ਐਨਐਸਯੂਆਈ ਦੇ ਮੁੰਡਿਆਂ ਨੇ ਪ੍ਰੋਟੈਸਟ ਕੀਤੀ ਉੱਥੇ। ਜਦੋਂ ਪ੍ਰੋਟੈਸਟ ਕਰੀ, ਮੈਡਮ ਨੇ ਸੋਚਿਆ ਇਹਨਾਂ ਦੀ ਆਵਾਜ਼ ਨੂੰ ਦਬਾ ਲਾ, ਮੈਂ ਡਰਾ ਦੇਵਾਂ। ਮੈਡਮ ਨੇ ਕੀ ਇੱਕ ਫੇਕ ਕੰਪਲੇਂਟ ਫਾਈਲ ਕਰ ਲਈ ਆਪਣੇ ਵੱਲੋਂ ਆਪ ਦੇ ਆਪ ਨੂੰ, ਜਿਹਦੇ ਵਿੱਚ ਨਾ ਕੋਈ ਕੁੜੀ ਸੀਗੀ ਨਾ ਕੋਈ ਸੀਗਾ। ਕਹਿੰਦੇ ਇਹਨੇ ਜਿਹੜੇ ਪ੍ਰੋਟੈਸਟ ਦੇ ਸਟੂਡੈਂਟ ਆਏ ਸੀ ਉਹਨਾਂ ਨੇ ਸਾਡੀਆਂ ਕੁੜੀਆਂ ਛੇੜੀਆਂ। ਬਾਅਦ 'ਚ ਗੱਲ ਥੋੜੀ ਵੱਧ ਗਈ ਤੇ ਉਹਨਾਂ ਨੂੰ ਪਿੱਛੇ ਉਹ ਕੰਪਲੇਂਟ ਉਹਨਾਂ ਨੇ ਦਬਾਣੀ ਪੈ ਗਈ, ਕਿਉਂਕਿ ਉੱਥੇ 50 ਕੈਮਰੇ ਸੀਗੇ, ਸਿਕਿਉਰਿਟੀ ਗਾਰਡ ਸੀਗੇ, 100 ਕੈਮਰਾ ਸੀ। ਉਹਨਾਂ ਨੂੰ ਲੱਗਿਆ ਇਹ ਤਾਂ ਪੁੱਠਾ ਮੇਰੇ ਤੇ ਹੀ ਪੈ ਜਾਊਗਾ, ਵੂਮਨ ਕਾਰਡ ਪਲੇ ਕਰਨਾ ਮੁੰਡਿਆਂ ਦੇ ਖਿਲਾਫ ਬੜਾ ਗਲਤ ਹੈ। ਅੱਜ ਜੇ ਕਿਸੇ ਦੇ ਖਿਲਾਫ ਨਿਊਜ਼ ਆ ਜਾਏ ਸੈਕਸ਼ੂਅਲ ਮੈਰਿਟ ਦੀ, ਉਹ ਸਾਰੀ ਉਮਰ ਉਹਦੇ ਨਾਲ ਟੈਗ ਜੁੜਦਾ ਜਾਂਦਾ ਹੈ, ਭਾਵੇਂ ਮੁੰਡੇ ਨੇ ਛੇੜਿਆ ਹੋਵੇ ਨਹੀਂ ਛੇੜਿਆ। ਉਹਦੇ ਤੇ ਕੋਈ ਪਰਚਾ ਤਾਂ ਨਹੀਂ? ਪਰਚਾ ਨਹੀਂ, ਉਹ ਫੇਕ ਕੰਪਲੇਂਟ ਸੀਗੀ। ਮੈਡਮ ਬਾਅਦ 'ਚ ਕੁੜੀਆਂ ਦੇ ਹੋਸਟਲ ਘੁੰਮਦੀ ਤੇ ਮੈਮ ਨੇ ਕਿਹਾ ਕੋਈ 2 ਕੁੜੀਆਂ ਅੱਗੇ ਆ ਜਾਓ, ਮੇਰੇ ਨਾਲ ਤਾਂ ਖੜੋ, ਬੋਲੋ ਤਾਂ ਆ ਕੇ ਛੇੜਿਆ। ਐਵੇਂ ਕੋਈ ਕੁੜੀ ਝੂਠ ਨਹੀਂ ਬੋਲ ਸਕਦੀ ਕਿਸੇ ਨਾਲ। 50 ਕੈਮਰੇ ਔਨ ਹੋਵੇ, ਕੋਈ ਮੁੰਡਾ ਐਵੇਂ, ਪੰਜਾਬ ਯੂਨੀਵਰਸਿਟੀ ਹੈ, ਡਾਕਟਰ ਮਨਮੋਹਨ ਸਿੰਘ ਵੀ ਇਸ ਯੂਨੀਵਰਸਿਟੀ ਤੋਂ ਨਿਕਲ ਕੇ ਗਏ ਨੇ, ਪ੍ਰਧਾਨ ਮੰਤਰੀ ਨੇ। ਇਹਨੂੰ ਐਵੇਂ ਪੋਰਟਰੇ ਨਾ ਕਰਿਆ ਜਾਵੇ ਵੀ ਇੱਥੇ ਕੋਈ ਗਲਤ ਐਕਟੀਵਿਟੀਜ਼ ਹੁੰਦੀਆਂ ਨੇ। ਨਾਰੇਬਾਜ਼ੀ, ਹੱਲਾ ਗੁੱਲਾ ਇਲੈਕਸ਼ਨਸ ਦਾ ਪਾਰਟ ਹੈ, ਥੋੜਾ ਬਹੁਤ ਹੁੰਦਾ ਰਹਿੰਦਾ ਹੈ, ਇਹ ਪਾਰਟ ਆਫ ਇਲੈਕਸ਼ਨ ਹੈ, ਚੱਲਦਾ ਵੀ ਰਹੂਗਾ ਅੱਗੇ। ਏਬੀਪੀ ਨੂੰ ਕੀ ਵਿੱਚ ਉਹ ਸੀਗਾ, ਦਿੱਕਤ ਸੀਗੀ ਜਿਹੜਾ ਉਹ ਵਿੱਚ ਆ ਕੇ ਤੁਹਾਡੇ ਨਾਲ ਭਿੜੇ? ਬੇਸਿਕਲੀ ਇਸ ਮੁੱਦੇ ਤੇ ਐਨਐਸਯੂਆਈ ਨੇ ਇਨੀਸ਼ੀਏਟਿਵ ਲੈ ਕੇ ਲੜੀ ਸੀ। ਸਭ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਉਹਨਾਂ ਦਾ ਸਾਥ ਦਿੱਤਾ। ਕਿਸੇ ਨੇ 4 ਬੰਦੇ ਲਿਆ ਕੇ, ਕਿਸੇ ਨੇ 10 ਲਿਆ ਕੇ, 6 ਲਿਆ ਕੇ, ਸਾਰੀ ਸੋਈ ਵੀ ਸੀਗੀ ਉਹਦੇ ਵਿੱਚ, ਪੁੱਸੂ ਵੀ ਸੀਗੀ, ਪੀਯੂਐਸਐਫ ਵੀ ਸੀਗੀ, ਐਸਐਫਐਸ ਵੀ ਸੀਗੀ, ਪੀਐਸਯੂ ਲਲਕਾਰ ਵੀ ਸੀਗੀ, ਐਚਪੀਐਸਯੂ, ਹਿਮਸੂ, ਹਰ ਪਾਰਟੀ ਨੇ ਆਪ ਦਾ ਰੋਲ ਨਿਭਾਇਆ, ਐਨਐਸਯੂਆਈ ਨੂੰ ਸਪੋਰਟ ਕੀਤੀ, ਮੁੱਦੇ ਨੂੰ ਸਪੋਰਟ ਕਰੀ। ਬਟ ਇੱਕ ਪਾਰਟੀ ਪੂਰੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਏਬੀਵੀਪੀ, ਜਿਹੜੀ ਕਹਿੰਦੇ ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਬਚਾਓ, ਇੱਕ ਪਾਸੇ ਤਾਂ ਇਹ ਨਾਰਾ ਦਿੰਦੀ ਹੈ ਬੀਜੇਪੀ ਦੀ ਅਥਾਰਟੀ ਨੇ, ਸਾਰੇ ਵਾਈਸ ਚਾਂਸਲਰ ਪੂਰੀ ਯੂਨੀਵਰਸਿਟੀ ਨੂੰ ਪਤਾ ਵੀ ਯੂਨੀਵਰਸਿਟੀ ਦੇ ਵਿੱਚ ਕਿਹਦੀ ਚੱਲ ਰਹੀ ਹੈ।
ਬੀਜੇਪੀ ਦੀ ਅਥਾਰਟੀ ਨੇ ਬੇਸਿਕਲੀ ਏਬੀਪੀ ਨੂੰ ਭੇਜ ਕੇ ਇੱਥੇ ਵੀ ਜੀਐਸਡਬਲਿਊ ਦਫ਼ਤਰ ਵੀ ਐਨਐਸਯੂਆਈ ਵਾਲੇ ਧਰਨਾ ਕਰ ਰਹੇ ਆ, ਉਹਨਾਂ ਦਾ ਮਾਹੌਲ ਖਰਾਬ ਕਰੋ, ਨਾਅਰੇਬਾਜ਼ੀ ਕਰੀ ਵੀ ਪ੍ਰੋਟੈਸਟ ਦਾ ਕਿਤੇ ਹੋਰ ਲੈ ਕੇ ਜਾਈਏ, ਤੇ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਪ੍ਰਸ਼ਾਸਨ ਨੇ ਆ ਕੇ ਵੇਖਿਆ ਹੋਣਾ, ਤੁਸੀਂ ਡੀਐਸਪੀ ਸਾਹਿਬ ਨੇ ਬਾਲ ਪੱਟ ਕੇ ਮੈਨੂੰ ਲੈ ਕੇ ਗਏ ਘਸੀਟ ਕੇ, ਕਿੱਥੇ ਕੀ ਇਹ ਵਾਜਿਬ ਹੈ ਵੀ ਤੁਸੀਂ ਪੁਲਿਸ ਗਵਰਨਮੈਂਟ ਮਸ਼ੀਨਰੀ ਦਾ ਇਸ ਤਰੀਕੇ ਦਾ ਉਪਯੋਗ ਕਰਦੇ ਹੋ ਸਟੂਡੈਂਟ ਦੇ ਖਿਲਾਫ, ਇੱਕ ਕਾਉਂਸਲਰ ਦੇ ਖਿਲਾਫ, ਆਮ ਬੰਦੇ ਦੀ ਤਾਂ ਕੀ ਹਾਲ ਕਰਦੇ ਹੋਣੇ ਜੇ ਇੱਕ ਕਾਉਂਸਲਰ ਨੂੰ ਐਵੇਂ ਟਰੀਟ ਕਰ ਰਹੇ ਹੋ। ਹੁਣ ਕਿਹੜਾ ਪਰਚਾ ਦੇ ਕੇ ਤੁਹਾਡੇ ਤੇ ਜਿਹੜੀ ਕਾਰਵਾਈ ਇੱਕ ਜੀ 751 ਦੇਤਾ ਹੈ, ਦੂਜਾ 323 34 41 ਹੈਗਾ, ਤੇ ਇੱਕ ਹੋਰ ਪੈਂਡਿੰਗ ਉਹ ਉਹਨਾਂ ਨੇ ਪੈਂਡਿੰਗ ਰੱਖਿਆ ਹੋਇਆ ਹੈ ਵੀ ਜੇ ਤੁਸੀਂ ਪ੍ਰੋਟੈਸਟ ਕਰਦੇ ਹੋ ਤਾਂ ਅਸੀਂ ਪਰਚਾ ਕਰਾਂਗੇ। ਹਾਇਰ ਆਫੀਸ਼ੀਅਲਸ ਵੀ ਤੁਸੀਂ ਇਹਨਾਂ ਤੇ ਜ਼ਮਾਨਤ ਲਈ ਹੈ? ਜ਼ਮਾਨਤ ਲੈ ਲਈ ਹੈ ਜੀ, ਬੇਲ ਲੈ ਚੁੱਕੇ ਨੇ। ਫਿਰ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ? ਕਾਰਵਾਈ ਜੀ ਡਟੇ ਹੋਏ ਨੇ, ਮੁੱਦੇ ਤੋਂ ਪਿੱਛੇ ਨਹੀਂ ਹਟਾਂਗੇ। ਨਾਲੇ ਇਹ ਵੀ ਕਿਹਾ ਇਹਨਾਂ ਨੇ ਅਸੀਂ ਕੰਪਲੇਂਟ ਪਰਚਾ ਵਾਪਸ ਲੈ ਲਾਂਗੇ ਜੇ ਤੁਸੀਂ ਆਪਦੀ ਆਵਾਜ਼ ਨੂੰ ਰੋਕ ਲੈਂਦੇ ਹੋ। ਅਸੀਂ ਕਿਹਾ ਆਵਾਜ਼ ਤਾਂ ਨਹੀਂ ਰੁਕਦੀ ਜੀ, ਅਸੀਂ ਤਾਂ ਅੜੇ ਹੋਏ ਨੇ, ਮੁੱਦੇ ਦੇ ਨਾਲ ਖੜੇ ਆ। ਵੋਟਾਂ ਤਾਂ ਹਰ ਸਾਲ ਆ ਜਾਣਗੀਆਂ, 12 ਸਾਲ ਕੁੰਭ ਦਾ ਮੇਲਾ ਨਹੀਂ ਹੈਗਾ, 12 ਸਾਲ ਬਾਅਦ ਇਲੈਕਸ਼ਨ ਆ। ਪਾਸੇ ਤੁਹਾਡੀ ਜਿਹੜੀ ਕਾਂਗਰਸ ਹੈ ਉਹ ਇਸ ਤਰੀਕੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਕੱਲ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਹੈ, ਕੀ ਸਮਝਦੇ ਹੋ ਕਿ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਓਪੋਜੀਸ਼ਨ ਦੀ ਬੀਜੇਪੀ ਵੱਲੋਂ, ਚਾਹੇ ਉਹ ਸਟੂਡੈਂਟ ਗਰੁੱਪ ਹੋਵੇ ਚਾਹੇ ਕਾਂਗਰਸ ਹੋਵੇ? ਬਿਲਕੁਲ ਦਬਾਇਆ ਜਾ ਰਿਹਾ ਜੀ। ਦੇਖੋ ਓਪੋਜੀਸ਼ਨ ਹੈ ਇੱਥੇ, ਹੁਣ ਇੱਥੇ ਪ੍ਰੋਬਲਮਸ ਕੀ ਚੱਲ ਰਹੀ ਹੈ, ਹਰ ਤਰੀਕੇ ਨਾਲ ਸਾਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਅਥਾਰਟੀ। ਇਹ ਹੈ ਕਿ ਬੀਜੇਪੀ, ਤੁਸੀਂ ਕਹਿ ਰਹੇ ਹੋ ਕਿ ਏਬੀਪੀ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਣੀ ਸਾਖ ਨਜ਼ਰ ਨਹੀਂ ਆ ਰਹੀ, ਜਾਂ ਫਿਰ ਤੁਹਾਨੂੰ ਨਹੀਂ ਨਜ਼ਰ ਆ ਰਹੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਵਿਕਟਮ ਕਾਰਡ ਪਲੇ ਕਰ ਰਹੇ ਹੋ? ਬੇਸਿਕਲੀ ਅਸੀਂ 8-10 ਸਾਲ ਹੋ ਗਏ ਜੀ ਐਨਐਸਯੂਆਈ, ਸਾਰਿਆਂ ਨੂੰ ਪਤਾ ਵੀ ਕਿਤੇ ਕੀ ਸਟੈਂਡ ਹੈ ਐਨਐਸਯੂਆਈ ਦਾ। 4 ਇਲੈਕਸ਼ਨ ਜਿੱਤੇ ਆ, ਤੇ ਜੇ ਦੂਜੀ ਪਾਰਟੀ ਜਿੱਤੀਆਂ ਉਹਦੇ ਵਿੱਚ ਵੀ ਐਨਐਸਯੂਆਈ ਦਾ ਹੱਥ ਰਿਹਾ ਹੈ। ਕੋਈ ਏਬੀਪੀ ਕੋਈ ਇਹੋ ਜਿਹੀ ਪਾਰਟੀ ਨੇ ਅੱਜ ਤੱਕ ਇਲੈਕਸ਼ਨ ਨਹੀਂ ਜਿੱਤੀ ਇੱਕ ਵੀ। ਸਾਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਹੈ ਵੀ ਅਸੀਂ ਹੈ ਕੀ ਤੇ ਕੌਣ ਹੈ, ਉਹ ਤਾਂ ਕੁੜੀਆਂ ਦੱਸਣਗੀਆਂ ਵੀ ਕਿਹਨੇ ਸਾਥ ਦਿੱਤਾ ਕਿਹਨੇ ਨਹੀਂ। ਪੂਰੀ ਯੂਨੀਵਰਸਿਟੀ ਦੇ ਵਿੱਚ ਇੱਕ ਪਾਸੇ ਸਾਰੀਆਂ ਪਾਰਟੀਆਂ ਸਪੋਰਟ ਕਰਦੀਆਂ ਸਾਨੂੰ, ਦੂਜੇ ਪਾਸੇ ਇੱਕ ਇਕਲੌਤੀ ਪਾਰਟੀ ਏਬੀਪੀ ਸਾਡੇ ਅਗੇਂਸਟ ਖੜਦੀ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹੀ ਹੈ ਵੀ ਸਪੋਰਟ ਉਹਨਾਂ ਦਾ ਨਹੀਂ ਹੈ, ਗੱਲਾਂ ਫੇਕ ਨੇ ਕੁੜੀਆਂ ਦੇ ਬਾਰੇ, ਸਿਰਫ ਉਹਨਾਂ ਨੂੰ ਇੱਕ ਪ੍ਰੋਪੇਗੈਂਡਾ ਬੀਜੇਪੀ ਅਥਾਰਟੀ ਦਾ। ਮੈਨੂੰ ਵਾਈਸ ਚਾਂਸਲਰ ਨੇ ਪਰਸਨਲ ਗੱਲ ਕਹੀ ਹੈ ਵੀ ਐਤਕੀ ਏਬੀਪੀ ਨੂੰ ਜਿਵੇਂ ਮਰਜ਼ੀ ਇਲੈਕਸ਼ਨ ਜਿਤਾ ਕੇ ਰਹੂੰਗਾ, ਜਿੰਨਾ ਮਰਜ਼ੀ ਜ਼ੋਰ ਲਾ ਸਕਦੇ ਹੋ ਲਾ ਲਓ। ਵਾਈਸ ਚਾਂਸਲਰ ਨੇ ਇਹ ਗੱਲ ਕਹੀ ਹੈ ਵੀ ਮੈਂ ਜ਼ੋਰ ਲਾ ਲਓ ਜਿੰਨਾ ਮਰਜ਼ੀ ਜਿਤਾ। ਪ੍ਰੂਫ ਹੈਗਾ ਇਸ ਚੀਜ਼ ਦਾ? प्रूफ था सर, वर्बल गल्लां दा की प्रूफ है? मैंने तो ये भी कि हरियाणा पंजाब के लोगों में दम नहीं होता। आ गल्लां कहते मैं यूपी से हूँ, अब की बार बताऊंगा कि आपको देखते कैसे यूनिवर्सिटी चलती है। अदा बहुत सारियां गल्लां हुण रिकॉर्डिंग करके नहीं होंदियां, मैं ठोक के मैं क्लेम कर रहा मेरे मुरे कई ने, मैं पीछे हटण वाला बंदा नहीं है। जिथे मर्जी खड़े कर दोगे मैं उत्थे डटिया ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ ਵੀਡੀਓਜ਼ ਤੁਸੀਂ ਦਿਖਾਈਆਂ ਨੇ ਕਿ ਤੁਹਾਨੂੰ ਬਾਲਾਂ ਤੋਂ ਖਿੱਚ ਕੇ ਲੈ ਕੇ ਜਾਇਆ ਗਿਆ, ਜਾਂ ਤੁਹਾਡੇ ਨਾਲ ਹੋਰ ਜਿਹੜੀ ਗਲਤ ਗੱਲਾਂ ਹੋਈਆਂ ਨੇ ਜਿਹੜੀਆਂ ਹਿਊਮਨ ਰਾਈਟਸ ਦੇ ਖਿਲਾਫ ਨੇ, ਤੁਸੀਂ ਕੋਈ ਕਾਰਵਾਈ ਕੀਤੀ ਹੈ? ਬੇਸਿਕਲੀ ਲੈਟਰ ਅੱਜ ਅਸੀਂ ਗਵਰਨਰ ਸਾਹਿਬ ਤੋਂ, ਡੀਜੀਪੀ ਤੋਂ, ਐਸਐਸਪੀ ਸਾਹਿਬ ਤੋਂ ਆਪਣਾ ਕੰਪਲੇਂਟ ਪਾਤੀ ਹੈ, ਲੈਟਰ ਮੇਲ ਕਰਤੀਆਂ ਨੇ, ਟਾਈਮ ਲੈ ਲਿਆ ਗਵਰਨਰ ਸਾਹਿਬ ਤੋਂ ਤੇ ਹਾਇਰ ਅਥਾਰਟੀਜ਼ ਤੋਂ ਵੀ ਇਹ ਇਸ ਤਰੀਕੇ ਦਾ ਰਵੱਈਆ। ਮੇਰੇ ਨਾਲ 35 ਦੇ 35 ਕਾਉਂਸਲਰ ਖੜ ਗਏ ਨੇ ਵੀ ਅੱਜ ਇੱਕ ਕਾਉਂਸਲਰ ਦੇ ਨਾਲ ਇਹ ਗਲਤ ਹੋਇਆ, ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਪਬਲਿਕ ਰਿਪਰੈਜ਼ੈਂਟੇਟਿਵ ਨੂੰ ਤੁਸੀਂ ਬੀਜੇਪੀ ਦੇ ਕਾਉਂਸਲਰਸ ਵੀ ਤੁਹਾਡੇ ਨਾਲ? ਬੀਜੇਪੀ, ਆਮ ਆਦਮੀ, ਸਾਰੇ ਕਾਉਂਸਲਰ ਵੀ ਇੱਕ ਪਬਲਿਕ ਰਿਪਰੈਜ਼ੈਂਟੇਟਿਵ ਨੂੰ ਤੁਸੀਂ ਐਵੇਂ ਟਰੀਟ ਨਹੀਂ ਕਰ ਸਕਦੇਗੇ। ਇਹ ਬੜਾ ਗਲਤ ਤਰੀਕਾ ਹੈ। ਪਰਸਨਲ ਕਿਉਂ ਲੈ ਕੇ ਜਾਂਦੇ? ਸਾਰਿਆਂ ਵੱਲੋਂ ਇਕੱਠੇ ਹੋ ਕੇ ਕੋਈ ਪਲਾਨ ਕਰ ਰਹੇ ਹਾਂ ਜੀ, 1-2 ਦਿਨ ਦੇ ਵਿੱਚ ਪਲਾਨ ਕਰ ਰਹੇ ਹਾਂ ਵੀ ਮੰਗ ਪੱਤਰ ਦਿੱਤਾ ਜਾਵੇ ਜਾਂ ਗਵਰਨਰ ਨੂੰ ਜਾਂ ਕਿਸੇ ਨੂੰ ਵੀ, ਹਾਇਰ ਅਥਾਰਟੀ ਨੂੰ, ਜਿੱਥੇ ਬਸ ਚੱਲੂਗਾ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ। ਕੋਸ਼ਿਸ਼ ਕਰਾਂਗੇ ਵੀ ਸਟਰੋਂਗ ਐਕਸ਼ਨ ਹੋਵੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਪੁਲਿਸ ਵਾਲੇ ਪ੍ਰੈਸ਼ਰ ਦੇ ਵਿੱਚ ਆ ਕੇ ਸਟੂਡੈਂਟਸ ਤੇ ਅਟੈਕ ਕਰਨ। ਮੈਂ ਬੀਇੰਗ ਅ ਸਟੂਡੈਂਟ ਇਸ ਦੇ ਵਿੱਚ ਤਾਂ ਕੋਈ ਪੁਲਿਸ ਵੱਲੋਂ ਕੋਈ ਇਹ ਤਾਂ ਨਹੀਂ ਹੈਗਾ ਕਿ ਐਨਐਸਯੂਆਈ ਨੂੰ ਚੁਣ ਕੇ ਟਾਰਗੇਟ ਕੀਤਾ ਗਿਆ ਜਾਂ ਕਾਂਗਰਸ ਨੂੰ ਚੁਣ ਕੇ ਟਾਰਗੇਟ ਕੀਤਾ ਗਿਆ? ਬੀਜੇਪੀ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ? ਬੇਸਿਕਲੀ ਜਦੋਂ ਏਬੀਪੀ ਦੇ ਲੀਡਰ ਸੀਗੇ ਉਹਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਨੇ, ਸਾਨੂੰ ਇੱਥੇ ਘਸੀਟ ਕੇ ਕੱਪੜੇ ਪਾੜ ਕੇ ਮੇਰੇ ਲੈ ਕੇ ਗਏ ਨੇ ਧੱਕੇ ਨਾਲ। ਉਹ ਜਦੋਂ ਇੱਕ ਡਰਾਮਾ ਹੁੰਦਾ, ਦੇਖੋ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਡਰਾਮਾ ਕਰਦੇ ਨੇ ਉਹ ਆਰਾਮ ਨਾਲ ਆਪ ਹੀ ਚੜ ਗਏ ਗੱਡੀ। ਅਸੀਂ ਪੂਰਾ ਆਪ ਦਾ ਜ਼ੋਰ ਲਾਇਆ ਵੀ ਅਸੀਂ ਐਵੇਂ ਨਹੀਂ ਜਾਂਦੇ, ਸੱਟਾਂ ਵੀ ਖਾਈਆਂ। ਥਾਣੇ ਜਾ ਕੇ 11 ਵਜੇ ਤਾਂ ਏਬੀਪੀ ਵਾਲਿਆਂ ਨੂੰ ਛੱਡ ਦਿੰਦੇ ਆ ਪੀਜ਼ੇ ਖਵਾ ਕੇ ਸਾਡੇ ਸਾਹਮਣੇ, ਸਾਨੂੰ ਹਵਾਲਾਤ ਵਿੱਚ ਸੁੱਟਤਾ। ਸਵੇਰੇ ਸਾਡੀ ਜ਼ਮਾਨਤ ਲੈ ਕੇ ਫੇਰ ਸਾਨੂੰ ਤੁਹਾਡੇ ਕੋਲੇ ਹੋਣੇ ਕੋਈ ਪੀਜ਼ੇ ਖਵਾਉਂਦੇ ਦੀ ਵੀਡੀਓ? ਐਵੇਂ ਵੀਡੀਓ ਨਹੀਂ ਜੀ ਸਰ, ਹਰ ਚੀਜ਼ ਦਾ ਰਿਕਾਰਡ ਨਹੀਂ ਹੁੰਦਾ, ਆਫ ਰਿਕਾਰਡ ਗੱਲਾਂ ਹੁੰਦੀਆਂ ਨੇ। ਐਵੇਂ ਤਾਂ ਸਾਡੇ ਸਾਰੇ ਫੋਨ ਹੀ ਖੋਲੇ ਉਹਨੇ ਦੇਖੇ। ਕਈ ਵੀਡੀਓ ਹੈਗੀਆਂ ਜਦੋਂ ਉਹਨਾਂ ਨੂੰ ਮਤਲਬ ਗੱਡੀ ਦੇ ਵਿੱਚ ਬਿਠਾਇਆ ਤਾਂ ਉਹ ਨੱਚਦੇ ਗਏ ਇੱਥੋਂ ਬਈ ਹੈਗੀਆਂ ਵੀਡੀਓ, ਇੱਕ ਉਹ ਚੈਨਲ ਤੇ ਮੈਂ ਦੇਖੀਆਂ ਸੀਗੀਆਂ ਪਾਈਆਂ ਹੋਈਆਂ, ਉਹ ਨੱਚ ਸ਼ੇਅਰ ਕਰਿਓ ਵੀ ਅਸੀਂ ਮੈਂ ਜ਼ਰੂਰ ਸ਼ੇਅਰ ਕਰਾਂਗਾ। ਦੂਜੀ ਮੈਂ ਕੰਪਲੀਟ ਕਰਦਾ ਗੱਲ ਨੂੰ। ਇੱਕ ਪਾਸੇ ਤਾਂ ਉਹਨਾਂ ਨੂੰ ਰਾਤ ਨੂੰ 11 ਵਜੇ ਛੱਡ ਦਿੰਦੇ ਆ, ਸਾਨੂੰ ਕਹਿੰਦੇ ਉਹਨਾਂ ਨੂੰ ਅਸੀਂ ਸੈਂਟਰਲ 17 ਸੈਕਟਰ ਲੈ ਕੇ ਜਾ ਰਹੇ ਹਾਂ ਥਾਣੇ। ਵੇਖਦੇ ਹਾਂ 17 ਸੈਕਟਰ ਕੋਈ ਨਹੀਂ ਲੈ ਕੇ ਗਏ, ਉਹਨਾਂ ਨੂੰ ਰਾਤ ਨੂੰ 12 ਵਜੇ ਛੱਡਤਾ ਤੇ ਉਹ ਇੱਥੇ ਆ ਕੇ ਥਾਪੀਆਂ ਮਾਰ ਰਹੇ ਆ ਪੱਟਾਂ ਤੇ। ਸਾਨੂੰ ਅਗਲੇ ਦਿਨ ਜ਼ਮਾਨਤ ਲੈਣੀ ਪੈ ਰਹੀ ਹੈ ਤੇ ਸਾਡੇ ਤੇ ਇੱਕ ਹੋਰ ਪਰਚਾ ਕਰਤਾ, ਸਾਨੂੰ ਬਾਅਦ ਚ ਪਤਾ ਚੱਲਦਾ 23 34 41 ਇੱਕ ਹੋਰ ਕਰਤਾ। ਹੁਣ ਕਿੰਨੇ ਵਿਦਿਆਰਥੀਆਂ ਤੇ ਪਰਚਾ? 11 ਜਣਿਆਂ ਤੇ 751 ਹੈ, ਦੂਜੇ ਵਾਲੇ ਚ 6 ਜਾਂ 7 ਜਣੇ, ਮੈਨੂੰ ਨਹੀਂ ਪਤਾ ਕਿੰਨੇ ਜਣੇ ਨੇ, ਉਹ ਤਾਂ ਇਹਨਾਂ ਦੀ ਲਿਸਟ ਹੈ ਜੀ। ਜੋ ਕੋਈ ਆਵਾਜ਼ ਚੱਕੂਗਾ ਲਿਸਟ 'ਚ ਨਾਮ ਐਡ ਹੁੰਦੇ ਰਹਿਣਗੇ। ਕੋਈ ਏਬੀਪੀ ਦੇ ਵਿਦਿਆਰਥੀ? ਨਹੀਂ ਸਰ, ਉਹ ਤਾਂ ਇੱਕੋ ਹੀ ਗੱਲ ਹੈ, ਬੀਜੇਪੀ ਵਾਲੇ ਤੇ ਉਹ ਆਪਦੇ ਬੰਦੇ ਤੇ ਪਰਚਾ ਕਿਵੇਂ ਹੋਣ ਦੇਣਗੇ? ਨਾਲੇ ਉਹ ਇਸ ਕੁੜੀਆਂ ਦੇ ਪਰਚਾ ਸਿਰਫ ਐਨਐਸਯੂਆਈ? ਯੈਸ ਸਰ। ਇੱਕ ਹੋਰ ਸਭ ਤੋਂ ਵੱਡੀ ਗੱਲ ਹੈ, ਜਿਹੜੇ ਏਬੀਪੀ ਦੇ ਲੋਕ ਨੇ ਉਹ ਤਾਂ ਮੁੱਦੇ ਦੇ ਨਾਲ ਹੀ ਨਹੀਂ ਖੜੇ, ਉਹਨਾਂ ਤੇ ਤਾਂ ਪਰਚਾ ਕਿਵੇਂ ਹੋਊਗਾ? ਉਹ ਤਾਂ ਆਪਦੇ ਨਾਅਰੇਬਾਜ਼ੀ ਕਰ ਰਹੇ ਸੀ ਥੱਲੇ। ਇਹਨਾਂ ਨੂੰ ਬੇਸਿਕਲ ਪ੍ਰੋਬਲਮ ਕੀ ਸੀਗੀ? ਇਹ ਪ੍ਰੋਟੈਸਟ ਨਾ ਕਰੋ ਡੀਐਸਡਬਲਿਊ ਦਫ਼ਤਰ। ਇਤਿਹਾਸ ਸੀ ਪ੍ਰੋਟੈਸਟ ਦੇ ਲਈ ਜਿਹੜਾ ਡੀਐਸਡਬਲਿਊ ਦਾ ਜਿਹੜਾ ਉਹ ਰਾਸਤਾ ਰੋਕਿਆ ਹੋਇਆ ਸੀ ਉਸ ਤੇ? ਹਾਂ, ਉਸ ਤੇ ਹੋਇਆ। ਉਹਨਾਂ ਨੇ ਕਿਹਾ ਵੀ ਇੱਥੇ ਪ੍ਰੋਟੈਸਟ ਨਾ ਕਰੋ, ਘਸੀਟ ਕੇ ਲੈ ਕੇ ਜਾਣਾ ਪ੍ਰੋਟੈਸਟ ਕਰਨਾ ਸਾਡਾ ਰਾਈਟ
ਰਾਈਟ ਹੈ। ਤੁਸੀਂ ਬਾਲ ਪੱਟ ਕੇ ਮੈਨ ਹੈਂਡਲਿੰਗ ਨਹੀਂ ਕਰ ਸਕਦੇ। UN ਦੇ ਵਿੱਚ ਵੀ ਅਸੀਂ ਗੱਲ ਕਰੀ ਆ, ਪਰ ਉੱਥੇ ਵੀ ਟਵੀਟ ਕਰਾਂਗੇ, ਉੱਥੇ ਵੀ ਮੇਲ ਭੇਜਾਂਗੇ ਵੀ ਆਹ ਤਰੀਕਾ ਕੀ ਹੋ ਰਿਹਾ। ਇਹ ਸਾਡੇ ਰਾਈਟਸ ਨੇ, ਤੁਸੀਂ ਮੈਨ ਹੈਂਡਲਿੰਗ ਨਹੀਂ ਕਰ ਸਕਦੇ। ਮੈਂ ਕੋਈ ਜਾਨਵਰ ਨਹੀਂ ਸੀਗਾ। ਤੁਸੀਂ ਆਂਦੇ ਹੀ ਆ ਕੇ, ਮੈਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ, ਮੈਂ ਗਲਤ ਨਹੀਂ ਬੋਲਿਆ। ਮੈਂ ਕੁਝ ਪੂਰੇ 1% ਮੂੰਹ ਚੋਂ ਹਮੇਸ਼ਾ। ਤੇ ਹੁਣ ਤੁਹਾਡਾ ਧਰਨਾ ਕਿੱਥੇ ਜਿਹੜਾ ਧਰਨਾ ਸਾਡਾ VC ਦੇ ਘਰ ਦੇ ਬਾਹਰ 24/7 ਚੱਲ ਰਿਹਾ ਹੈ। ਵੱਡੀ ਮੂਵਮੈਂਟ ਪਲਾਨ ਕਰ ਰਹੇ ਹਾਂ DSW ਦੇ ਬਾਹਰ ਕਿਉਂ ਕੀਤਾ ਗਿਆ? ਇੱਥੇ। ਸਰ ਦੇਖੋ, ਅਸੀਂ ਇਸ ਤੋਂ ਪਹਿਲਾਂ ਕੁੜੀਆਂ ਦੇ ਹੋਸਟਲ ਬਾਹਰ ਲਾਇਆ, VC ਦੇ ਘਰ ਦੇ ਬਾਹਰ ਵੀ ਧਰਨਾ ਲਾਇਆ, ਉੱਥੇ ਚੱਲ ਰਿਹਾ 24/7। ਫਰਕ ਹੀ ਨਹੀਂ ਪੈ ਰਿਹਾ ਇਸ ਅਥਾਰਟੀ ਨੂੰ। ਗੂੰਗੀ ਬੈਰੀ ਅਥਾਰਟੀ ਹੋ ਗਈ। ਅਸੀਂ ਬੈਰੀਕੇਡ VC ਦੇ ਘਰ ਦੇ ਬਾਹਰ ਚੱਕ ਕੇ ਪਾਸੇ ਮਾਰੇ ਆ, ਪਰ ਵੇਖਿਆ ਅਥਾਰਟੀ ਇੰਨੀ ਹੈਲਪਲੈਸ ਹੈ, ਉਸ ਕਿਤੇ ਵੀ ਸਟੈਂਡ ਨਹੀਂ ਲੈ ਰਹੀ ਹੈ। ਤੇ ਸਾਡੇ ਕੋਲ ਇੱਕੋ ਸੀਗਾ, ਪ੍ਰੈਸ਼ਰ ਬਿਲਡ ਕਰਕੇ DSW ਆਫਿਸ ਧਰਨਾ ਲਾਈਏ, ਤੇ ਉੱਥੇ ਇਹਨੂੰ ਮਿਰਚੀਆਂ ਵੀ ਲੱਗੀਆਂ, ਤਾਂ ਹੀ ਇਹਨਾਂ ਨੇ ਪਰਚੇ ਦਿੱਤੇ ਨੇ। ਸੋ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਇਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਮਾਨਵੀ ਅਧਿਕਾਰ ਨੇ ਜਾਂ ਫਿਰ ਹਿਊਮਨ ਰਾਈਟਸ ਦੀ ਜਿਹੜੀ ਸਾਡੇ ਨਾਲ ਉਹ ਧੱਕਾ ਹੋਇਆ ਹੈ, ਉਹਨਾਂ ਦੀ ਉਲੰਘਣਾ ਕੀਤੀ ਗਈ ਹੈ। ਜਿਸ ਤਰੀਕੇ ਦੇ ਨਾਲ ਸਾਨੂੰ ਬਾਲ ਫੜ ਕੇ ਘੜੀਸਿਆ ਗਿਆ, ਉਸ ਨੂੰ ਲੈ ਕੇ ਕਾਰਵਾਈ ਵੀ ਕਰਨਗੇ, UNO ਤੱਕ ਜਾਣਗੇ। ਤੇ ਨਾਲ ਦੀ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਦੇਸ਼ ਅੰਦਰ ਜਾਂ ਫਿਰ ਇਸ ਯੂਨੀਵਰਸਿਟੀ ਦੇ ਅੰਦਰ BJP ਧੱਕਾਸ਼ਾਹੀ ਕਰ ਰਹੀ ਹੈ, ਉਹ ਗਲਤ ਹੈ। ਸੋ ਇਹਨਾਂ ਦਾ ਇਹ ਦਾਅਵਾ ਕਿ ਵਾਕਈ ਇਸ ਤਰੀਕੇ ਦੇ ਨਾਲ ਗਲਤ ਹੋਇਆ ਹੈ, ਇਸ ਨੂੰ ਲੈ ਕੇ ਤੁਸੀਂ ਵੀ ਆਪਣੀ ਰਾਏ ਸਾਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦਿਓ। ਕੈਮਰਾਮੈਨ ਬਿੰਦੇਸ਼ ਦੇ ਨਾਲ ਮੈਂ ਸ਼ਸ਼ਵ ਨਾਗਰਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।